ਸਟਾਰਟ। ਕਰੋਨਾ ਦੀ ਦੂਸਰੀ ਲਹਿਰ ਕਾਫੀ ਘਟਦੀ ਨਜ਼ਰ ਆ ਰਹੀ ਹੈ, ਪਰ ਇਸ ਦੇ ਨਾਲ ਹੀ ਤੀਸਰੀ ਲਹਿਰ ਦਾ ਡਰ ਵੀ ਬਣਿਆ ਹੋਇਆ ਹੈ। ਡੈਂਡੀ ਇਸ ਮਹਾਮਾਰੀ ਨੇ ਦੁਨੀਆ ਭਰ ਦੇ ਮੁਲਕਾਂ ਦੀ ਆਰਥਿਕਤਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਡੈਂਡੀ ਵੱਡੇ ਵਿਕਸਤ ਦੇਸ਼ ਵੀ ਇਸ ਦੀ ਜਕੜ ਵਿੱਚ ਆ ਗਏ ਸਨ। ਡੈਂਡੀ ਵਿਕਾਸਸ਼ੀਲ ਅਤੇ ਗਰੀਬ ਮੁਲਕਾਂ ਦੀ ਹਾਲਤ ਤਾਂ ਬੇਹੱਦ ਤਰਸਯੋਗ ਨਜ਼ਰ ਆਉਣ ਲੱਗੀ ਹੈ। ਡੈਂਡੀ ਭਾਰਤ ਦੁਨੀਆ ਦੇ ਕੁਝ ਵੱਡੇ ਮੁਲਕਾਂ ਵਿੱਚੋਂ ਇੱਕ ਹੈ ਜਿਸ ਨੇ ਇਸ ਬਿਮਾਰੀ ਦਾ ਵੱਡਾ ਤਾਪ ਝੱਲਿਆ ਹੈ। ਡੈਂਡੀ ਆਬਾਦੀ ਦੇ ਲਿਹਾਜ਼ ਨਾਲ ਇਹ ਵੱਡੇ ਵਿਕਸਤ ਮੁਲਕਾਂ ਤੋਂ ਕਿਤੇ ਅੱਗੇ ਹੈ, ਜਿਸ ਕਰਕੇ ਇਸ ਦੀਆਂ ਆਪਣੀਆਂ ਗੰਭੀਰ ਸਮੱਸਿਆਵਾਂ ਹਨ। ਡੈਂਡੀ ਸਭ ਤੋਂ ਵੱਡੀ ਸਮੱਸਿਆ ਹਾਸ਼ੀਏ 'ਤੇ ਰਹਿ ਰਹੇ ਲੋਕਾਂ ਦੀ ਸਾਂਭ ਸੰਭਾਲ ਦੀ ਹੈ, ਜੋ ਬੇਹੱਦ ਗੁਰਬਤ ਅਤੇ ਥੁੜ੍ਹਾਂ ਮਾਰੇ ਨਜ਼ਰ ਆਉਂਦੇ ਹਨ। ਡੈਂਡੀ ਇਸ ਲਈ ਇਸ ਮਹਾਮਾਰੀ ਦੀ ਸਭ ਤੋਂ ਵੱਡੀ ਚੁਣੌਤੀ ਹਾਸ਼ੀਏ 'ਤੇ ਧੱਕੇ ਲੋਕਾਂ ਦੀ ਖਾਦ ਖੁਰਾਕ ਦੀ ਸੀ। ਡੈਂਡੀ ਪੈਰਾ। ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਵੱਡਾ ਮਹੱਤਵ ਹੈ, ਜਿਸ ਅਧੀਨ 80 ਕਰੋੜ ਦੇ ਲਗਭਗ ਲੋਕਾਂ ਨੂੰ ਲਗਾਤਾਰ ਅੰਨ ਪਹੁੰਚਾਇਆ ਜਾਣਾ ਹੈ। ਡੈਂਡੀ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਵੱਲੋਂ ਇਸ ਯੋਜਨਾ ਨੂੰ ਨਵੰਬਰ 2021 ਤੱਕ ਵਧਾਏ ਜਾਣ ਨੇ ਵੱਡੀ ਰਾਹਤ ਦਿੱਤੀ ਸੀ। ਡੈਂਡੀ ਇਸ ਲਈ ਨਵੰਬਰ ਤੱਕ 94,000 ਕਰੋੜ ਖਰਚੇ ਜਾਣਗੇ। ਡੈਂਡੀ ਇਸੇ ਹੀ ਕਤਾਰ ਵਿੱਚ ਮਨਰੇਗਾ ਯੋਜਨਾ ਆਉਂਦੀ ਹੈ। ਡੈਂਡੀ ਜੇਕਰ ਇਹ ਯੋਜਨਾ ਨਿਰੰਤਰ ਚੱਲਦੀ ਰਹੇ ਤਾਂ ਇਹ ਪੇਂਡੂ ਖੇਤਰਾਂ ਵਿੱਚ ਰਹਿੰਦੇ ਜ਼ਰੂਰਤਮੰਦਾਂ ਲਈ ਇੱਕ ਵੱਡਾ ਆਸਰਾ ਬਣਦੀ ਹੈ। ਡੈਂਡੀ ਇਸ ਸੰਬੰਧੀ ਨੋਬਲ ਪੁਰਸਕਾਰ ਪ੍ਰਾਪਤ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਦਾ ਇਹ ਕਹਿਣਾ ਹੈ ਕਿ ਹਾਲਾਤ ਨੂੰ ਵੇਖਦੇ ਹੋਏ ਇਸ ਸਾਲ ਲਈ ਕੰਮ ਦੀ ਮਨਰੇਗਾ ਗਰੰਟੀ ਨੂੰ 100 ਦਿਨ ਤੋਂ ਵਧਾ ਕੇ 150 ਦਿਨ ਕਰ ਦਿੱਤਾ ਜਾਣਾ ਚਾਹੀਦਾ ਹੈ, ਜਿਸ ਨਾਲ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਨੂੰ ਲੈ ਕੇ ਭਰੋਸਾ ਵਧੇਗਾ। ਡੈਂਡੀ ਅਭਿਜੀਤ ਦਾ ਇੱਥੋਂ ਤੱਕ ਵੀ ਕਹਿੰਦੇ ਹਨ ਕਿ ਹਾਲਾਤ ਨੂੰ ਦੇਖਦੇ ਹੋਏ ਸਰਕਾਰ ਨੂੰ ਵਧੇਰੇ ਨੋਟ ਛਾਪਣ ਦੀ ਯੋਜਨਾ ਵੀ ਬਣਾਉਣੀ ਚਾਹੀਦੀ ਹੈ, ਤਾਂ ਜੋ ਬਾਜ਼ਾਰ ਵਿੱਚ ਵਧੇਰੇ ਪੈਸਾ ਆਉਣ ਨਾਲ ਸਰਗਰਮੀ ਵਧੇਗੀ। ਪਰ ਸਰਕਾਰ ਇਸ ਸੰਬੰਧੀ ਵੱਡੀ ਹਿਚਕਚਾਹਟ ਦਿਖਾਉਂਦੀ ਰਹੀ ਹੈ, ਕਿਉਂਕਿ ਇਸ ਨਾਲ ਮਹਿੰਗਾਈ ਦੇ ਕਈ ਗੁਣਾ ਵੱਧ ਜਾਣ ਦਾ ਖਦਸ਼ਾ ਹੋ ਸਕਦਾ ਹੈ। ਡੈਂਡੀ ਕੇਂਦਰੀ ਵਿੱਤ ਮੰਤਰੀ ਸੀਤਾਰਮਣ ਨੇ 6.29 ਲੱਖ ਕਰੋੜ ਦੇ ਜਿਸ ਪੈਕੇਜ ਦਾ ਐਲਾਨ ਕੀਤਾ ਹੈ, ਉਸ ਦੀਆਂ ਕਈ ਮੱਦਾਂ ਬਾਰੇ ਪਹਿਲਾਂ ਵੀ ਵਿਸਥਾਰਿਤ ਜਾਣਕਾਰੀਆਂ ਤੇ ਐਲਾਨ ਸਾਹਮਣੇ ਆ ਚੁੱਕੇ ਹਨ। ਡੈਂਡੀ ਇਹਨਾਂ ਐਲਾਨਾਂ ਨੂੰ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਯਤਨਾਂ ਦਾ ਵਿਸਥਾਰ ਹੀ ਕਿਹਾ ਜਾ ਸਕਦਾ ਹੈ। ਡੈਂਡੀ ਛੋਟੇ ਕਾਰੋਬਾਰੀਆਂ ਨੂੰ 1.25 ਲੱਖ ਰੁਪਏ ਤੱਕ ਦਾ ਕਰਜ਼ਾ ਦੇਣ ਦਾ ਐਲਾਨ ਕੀਤਾ ਗਿਆ, ਜਿਸ ਦੀ ਵਿਆਜ ਦਰ ਬਹੁਤ ਘੱਟ ਹੋਵੇਗੀ ਅਤੇ ਇਸ ਨੂੰ ਵਾਪਸ ਕਰਨ ਲਈ ਵੀ 3 ਸਾਲ ਦਾ ਸਮਾਂ ਮਿਲੇਗਾ। ਡੈਂਡੀ ਇਸ ਯੋਜਨਾ ਤਹਿਤ 7500 ਕਰੋੜ ਰੁਪਏ ਦਾ ਕਰਜ਼ਾ 31 ਮਾਰਚ 2022 ਤੱਕ
ਦਿੱਤਾ ਜਾਏਗਾ ਡੰਡੀ। ਚੀਨ ਨੇ ਤਿੱਬਤ ਵਿੱਚ ਜੰਗੀ ਮਸ਼ਕਾਂ ਤੋਂ ਬਾਅਦ ਅਪ੍ਰੈਲ 2020 ਨੂੰ ਲੱਦਾਖ ਦੇ ਪੱਛਮੀ ਇਲਾਕੇ ਦੀ ਝਗੜੇ ਵਾਲੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਸੀ, ਪਰ ਚੀਨ ਭਾਰਤ ਜਰਨੈਲਾਂ ਦੀ ਲੜੀਵਾਰ ਗੱਲਬਾਤ ਤੋਂ ਪਿੱਛੋਂ ਉਹ ਪਿੱਛੇ ਹਟਣ ਲਈ ਮੰਨ ਗਿਆ ਸੀ। ਪਰ ਜਦ ਗਲਵਾਨ ਘਾਟੀ ਵਿੱਚ ਜ਼ਮੀਨ 'ਤੇ ਜਾ ਕੇ ਕੁਮਾਊ ਦੇ CEO ਨੇ ਆਪਣੇ 20 ਜਵਾਨਾਂ ਨਾਲ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਚੀਨੀਆਂ ਨੇ ਵਾਅਦੇ ਮੁਤਾਬਕ ਆਪਣੇ ਟੈਂਟ ਨਹੀਂ ਉਠਾਏ ਡੰਡੀ। ਇਸ ਮੌਕੇ 'ਤੇ ਬਹਿਸ ਤੋਂ ਬਾਅਦ ਹੋਈ ਲੜਾਈ ਵਿੱਚ ਭਾਰਤੀ ਫੌਜ ਦੇ CO ਸਮੇਤ 20 ਜਵਾਨ ਸ਼ਹੀਦ ਹੋ ਗਏ ਡੰਡੀ। ਚੀਨ ਦੇ ਵੀ 53 ਦੇ ਕਰੀਬ ਫੌਜੀ ਮਾਰੇ ਗਏ ਡੰਡੀ। ਫਿਰ ਹੋਈ ਗੱਲਬਾਤ ਦੌਰਾਨ ਚੀਨੀਆਂ ਨੇ ਪਿੱਛੇ ਹਟਣੋਂ ਸਾਫ਼ ਨਾ ਕਰ ਦਿੱਤੀ ਡੰਡੀ। ਭਾਰਤੀ ਸੈਨਾ ਨੇ ਪੇਗਾਂਗ ਦੀਆਂ ਦੱਖਣੀ ਪਹਾੜੀਆਂ 'ਤੇ ਕਬਜ਼ਾ ਕਰਕੇ ਚੀਨ ਨੂੰ ਚੱਕਰ ਵਿੱਚ ਪਾ ਦਿੱਤਾ, ਜਿਸ ਦੇ ਨਤੀਜੇ ਵਜੋਂ ਫਰਵਰੀ 2021 ਵਿੱਚ ਫੌਜਾਂ ਅਤੇ ਹਥਿਆਰ ਵਾਪਸ ਲੈਣ ਦੇ ਹੋਏ ਇੱਕ ਹੋਰ ਸਮਝੌਤੇ ਅਨੁਸਾਰ ਚੀਨੀਆਂ ਨੇ ਪੇਗਾਂਗ ਝੀਲ ਦੇ ਉੱਤਰੀ ਇਲਾਕੇ ਵਿੱਚ ਫਿੰਗਰ 3 ਤੋਂ 8 ਤੱਕ ਦਾ ਇਲਾਕਾ ਖਾਲੀ ਕਰਨਾ ਮੰਨ ਲਿਆ, ਬਸ਼ਰਤੇ ਕਿ ਭਾਰਤ ਪੇਗਾਂਗ ਦੇ ਦੱਖਣੀ ਇਲਾਕੇ ਦੀਆਂ ਪਹਾੜੀਆਂ ਖਾਲੀ ਕਰੇ ਡੰਡੀ। ਭਾਰਤ ਨੇ ਦੱਖਣੀ ਪਹਾੜੀਆਂ ਸਿਰਫ ਉੱਤਰੀ ਪਹਾੜੀਆਂ ਬਦਲੇ ਇਸ ਭਰੋਸੇ 'ਤੇ ਖਾਲੀ ਕਰ ਦਿੱਤੀਆਂ ਕਿ ਚੀਨ ਦੇ ਪੇਸਾਂਗ ਗੋਗੜਾ ਹਾਟ ਸਪਰਿੰਗ ਤੋਂ ਆਪ ਹੀ ਪਿੱਛੇ ਹਟ ਜਾਏਗਾ ਡੰਡੀ। ਪਰ ਇਹ ਲਿਆ ਗਿਆ ਫੈਸਲਾ ਪੂਰੀ ਤਰ੍ਹਾਂ ਗਲਤ ਨਿਕਲਿਆ ਤੇ ਚੀਨ ਨੇ ਇਸ ਇਲਾਕੇ ਵਿੱਚੋਂ ਹਟਣ ਦੀ ਥਾਂ ਇੱਥੇ ਹੱਦਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਡੰਡੀ। ਘਾਤਕ ਹਥਿਆਰਾਂ ਦੀ ਗਿਣਤੀ ਵੀ ਵਧਾ ਦਿੱਤੀ ਤੇ ਪਾਕਿਸਤਾਨ ਨਾਲ ਮਿਲ ਕੇ ਵੱਡੀਆਂ ਫੌਜੀ ਮਸ਼ਕਾਂ ਵੀ ਕੀਤੀਆਂ, ਜਿਸ ਤੋਂ ਇਹ ਜ਼ਾਹਰ ਹੋ ਗਿਆ ਕਿ ਚੀਨ ਇਸ ਇਲਾਕੇ ਨੂੰ ਖਾਲੀ ਨਹੀਂ ਕਰੇਗਾ। ਜੇ ਜੰਗ ਦੀ ਜ਼ਰੂਰਤ ਪਈ ਤਾਂ ਉਹ ਜੰਗ ਵੀ ਕਰੇਗਾ। ਇਹ ਜੰਗ 2 ਮੋਰਚਿਆਂ 'ਤੇ ਹੋ ਸਕਦੀ ਹੈ, ਜਿਸ ਵਿੱਚ ਇੱਕ ਪਾਸਿਓਂ ਉਹ ਆਪ ਤੇ ਦੂਜੇ ਪਾਸਿਓਂ ਪਾਕਿਸਤਾਨ ਹਮਲਾ ਕਰ ਸਕਦਾ ਹੈ ਡੰਡੀ। ਚੀਨ ਦੀ ਇਸ ਚਾਲ 'ਤੇ ਹੁਣ ਭਾਰਤ ਨੇ ਹੀ ਨਹੀਂ, ਅਮਰੀਕਾ ਨੇ ਵੀ ਚਿੰਤਾ ਜਤਾਈ ਹੈ ਡੰਡੀ। ਅਮਰੀਕਾ ਚੀਨ ਦੀ ਵਿਸਥਾਰਵਾਦੀ ਨੀਤੀ ਤੋਂ ਭਲੀ ਭਾਂਤ ਜਾਣੂ ਹੈ ਡੰਡੀ। ਜਿਸ ਤਰ੍ਹਾਂ ਚੀਨ ਤਾਇਵਾਨ ਦੁਆਲੇ ਆਪਣੇ ਸਮੁੰਦਰੀ ਤੇ ਹਵਾਈ ਬੇੜੇ ਘੁਮਾ ਕੇ ਤਾਈਵਾਨੀਆਂ ਵਿੱਚ ਡਰ ਪੈਦਾ ਕਰ ਰਿਹਾ ਹੈ, ਉਸ ਦਾ ਅਮਰੀਕਾ ਨੇ ਡਟ ਕੇ ਵਿਰੋਧ ਕੀਤਾ ਹੈ ਡੰਡੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਉੱਘੇ ਵਿਦਵਾਨ ਡਾਕਟਰ ਜੋਧ ਸਿੰਘ ਸਿੱਖ ਅਕਾਦਮਿਕ ਜਗਤ ਦੀ ਇੱਕ ਜਾਣੀ ਪਛਾਣੀ ਸ਼ਖਸੀਅਤ ਸਨ, ਜਿਨ੍ਹਾਂ ਨੇ ਧਰਮ, ਇਤਿਹਾਸ ਅਤੇ ਖੋਜ ਦੇ ਨਾਲ ਨਾਲ ਭਾਰਤੀ ਦਰਸ਼ਨ ਵਰਗੇ ਵਿਸ਼ਿਆਂ ਨੂੰ ਸਧਾਰਨ ਰੂਪ ਵਿੱਚ ਸਮਝਾਉਣ ਲਈ ਡੂੰਘਾ ਯੋਗਦਾਨ ਪਾਇਆ ਡੰਡੀ। 15 ਮਈ 1942 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਿੰਡ ਸੰਗਤਪੁਰ ਵਿਖੇ ਪਿਤਾ ਸ਼੍ਰੀ ਅਮੀਰ ਸਿੰਘ ਅਤੇ ਮਾਤਾ ਬਸੰਤ ਕੌਰ ਦੇ ਗ੍ਰਹਿ ਵਿਖੇ ਪੈਦਾ ਹੋਏ ਡਾਕਟਰ
ਜੋਧ ਸਿੰਘ ਨੇ ਸਕੂਲੀ ਪੜ੍ਹਾਈ ਪੂਰੀ ਕਰਨ ਉਪਰੰਤ ਭਾਰਤੀ ਰੇਲਵੇ ਵਿਭਾਗ ਵਿੱਚ ਨੌਕਰੀ ਕੀਤੀ, ਪਰ ਆਪਣੀ ਖੋਜੀ ਬਿਰਤੀ ਕਾਰਨ ਉਹਨਾਂ ਨੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ। ਡੈਂਡੀ ਉਹਨਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਵਿਖੇ ਵੱਖ-ਵੱਖ ਵਿਸ਼ਿਆਂ ਵਿੱਚ MA ਦੀ ਤਾਲੀਮ ਹਾਸਲ ਕੀਤੀ ਅਤੇ ਫਿਰ ਗੁਰੂ ਨਾਨਕ ਦੇਵ ਜੀ ਦਾ ਧਾਰਮਿਕ ਦਰਸ਼ਨ ਵਿਸ਼ੇ ਉੱਪਰ PhD ਦੀ ਡਿਗਰੀ ਵੀ ਪ੍ਰਾਪਤ ਕੀਤੀ। ਡੈਂਡੀ ਜਦੋਂ 30 ਅਪ੍ਰੈਲ 1962 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਹੋਈ ਸੀ ਤਾਂ ਇਸ ਤੋਂ ਥੋੜ੍ਹੇ ਸਮੇਂ ਪਿੱਛੋਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਧਰਮ ਅਧਿਐਨ ਵਿਭਾਗ ਸਥਾਪਿਤ ਕੀਤਾ ਗਿਆ ਸੀ। ਡੈਂਡੀ ਬਾਅਦ ਵਿੱਚ ਇਸੇ ਹੀ ਭਵਨ ਵਿੱਚ ਉੱਘੇ ਸਿੱਖ ਚਿੰਤਕ ਅਤੇ ਵਿਦਵਾਨ ਪ੍ਰੋਫੈਸਰ ਹਰਬੰਸ ਸਿੰਘ ਦੀ ਦੇਖ ਰੇਖ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇਨਸਾਈਕਲੋਪੀਡੀਆ ਆਫ ਸਿੱਖਜ਼ਮ ਸਿੱਖ ਵਿਸ਼ਵਕੋਸ਼ ਪ੍ਰਾਜੈਕਟ ਆਰੰਭਿਆ ਗਿਆ ਸੀ। ਡੈਂਡੀ ਪੰਜਾਬੀ ਯੂਨੀਵਰਸਿਟੀ ਨੇ ਡਾਕਟਰ ਜੋਧ ਸਿੰਘ ਦੀ ਵਿਦਵਤਾ ਖੋਜ ਕਾਰਜ ਵਿੱਚ ਵਿਸ਼ੇਸ਼ ਦਿਲਚਸਪੀ ਵੇਖ ਕੇ ਉਹਨਾਂ ਨੂੰ ਇਸ ਪ੍ਰੋਜੈਕਟ 'ਤੇ 1983 ਵਿੱਚ ਰੀਡਰ ਦੀ ਅਸਾਮੀ 'ਤੇ ਨਿਯੁਕਤ ਕਰ ਲਿਆ। ਡੈਂਡੀ ਉਹ ਅਗਸਤ 2019 ਤੱਕ ਇਨਸਾਈਕਲੋਪੀਡੀਆ ਆਫ ਸਿੱਖਜ਼ਮ ਸਿੱਖ ਵਿਸ਼ਵਕੋਸ਼ ਪ੍ਰਾਜੈਕਟ ਦੇ ਮੁੱਖ ਸੰਪਾਦਕ ਵਜੋਂ ਖੋਜ ਪ੍ਰਾਜੈਕਟ ਮੁਕੰਮਲ ਕਰਨ ਵਿੱਚ ਲੀਨ ਹੀ ਨਹੀਂ ਰਹੇ, ਸਗੋਂ ਉਹਨਾਂ ਨੇ ਖੁਦ ਵੀ ਕਈ ਮਿਆਰੀ ਪੁਸਤਕਾਂ ਲਿਖੀਆਂ ਜਿਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਡੈਂਡੀ ਬਾਅਦ ਵਿੱਚ ਉਹ ਇਸੇ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਸੇਵਾ ਮੁਕਤ ਹੋਏ। ਡੈਂਡੀ ਉਹਨਾਂ ਨੇ ਪੰਜਾਬੀ ਵਿੱਚ ਸਿੱਖ ਸਿਧਾਂਤ ਸਰੂਪ ਤੇ ਸਮਰੱਥਾ, ਗੁਰੂ ਅਰਜਨ ਦੇਵ ਸ਼ਹੀਦੀ ਅਤੇ ਰਚਨਾ, ਗੁਰਬਚਨ ਸਿੰਘ ਤਾਲਿਬ ਜੀਵਨ ਅਤੇ ਰਚਨਾ, ਅਰਸਤੂ ਜੀਵਨ ਤੇ ਰਚਨਾ, ਸਿੱਖ ਭਗਤੀ ਸਰੂਪ ਅਤੇ ਆਧਾਰ ਆਦਿ ਤੋਂ ਇਲਾਵਾ ਹਿੰਦੀ ਭਾਸ਼ਾ ਵਿੱਚ ਵੀ ਕੁਝ ਪੁਸਤਕਾਂ ਲਿਖੀਆਂ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ, ਬਾਣੀ, ਸਿਧਾਂਤ ਅਤੇ ਸਿੱਖ ਧਰਮ ਦਰਸ਼ਨ ਕੀ ਰੂਪ ਰੇਖਾ ਆਦਿ ਅਹਿਮ ਹਨ। ਡੈਂਡੀ ਉਹਨਾਂ ਸਿੱਖ ਧਰਮ ਅਤੇ ਦਰਸ਼ਨ ਨਾਲ ਸੰਬੰਧਿਤ ਕੁਝ ਪੁਸਤਕਾਂ ਅੰਗਰੇਜ਼ੀ ਭਾਸ਼ਾ ਵਿੱਚ ਵੀ ਲਿਖੀਆਂ। ਡੈਂਡੀ 25 ਜੂਨ 1975 ਦਾ ਦਿਨ ਭਾਰਤ ਦੇ ਇਤਿਹਾਸ ਅੰਦਰ ਕਾਲੇ ਦੌਰ ਵਜੋਂ ਅੰਕਿਤ ਹੈ। ਡੈਂਡੀ ਦੇਸ਼ ਅੰਦਰ ਆਰਥਿਕ ਅਤੇ ਰਾਜਨੀਤਿਕ ਤੌਰ 'ਤੇ ਘਿਰੀ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਸੰਸਾਰ ਦੇ ਸਭ ਤੋਂ ਵੱਡੇ ਜਮਹੂਰੀਅਤ ਵਾਲੇ ਮੁਲਕ ਦੇ ਸੰਵਿਧਾਨਿਕ ਢਾਂਚੇ ਨੂੰ ਤਹਿਸ ਨਹਿਸ ਕਰਕੇ ਅਣਮਿੱਥੇ ਸਮੇਂ ਲਈ ਐਲਾਨੀ ਐਮਰਜੈਂਸੀ ਦੀ ਖਬਰ ਸੁਣਦਿਆਂ ਦੇਸ਼ ਵਿੱਚ ਸਨਾਟਾ ਛਾ ਗਿਆ ਸੀ। ਡੈਂਡੀ ਐਮਰਜੈਂਸੀ ਲੱਗਦਿਆਂ ਸੰਵਿਧਾਨਕ ਅਤੇ ਜਮਹੂਰੀ ਅਧਿਕਾਰ ਮੁਅੱਤਲ ਕਰ ਦਿੱਤੇ ਗਏ। ਡੈਂਡੀ ਐਮਰਜੈਂਸੀ ਦੌਰਾਨ ਨਾਗਰਿਕਾਂ ਨਾਲ ਧੱਕੇਸ਼ਾਹੀ ਤੇ ਸਰਕਾਰੀ ਫੈਸਲੇ ਵਿਰੁੱਧ ਅਪੀਲ ਦਲੀਲ ਦਾ ਦੌਰ ਖਤਮ ਹੋ ਗਿਆ। ਡੈਂਡੀ 21 ਮਹੀਨੇ ਦੇਸ਼ ਜੇਲ੍ਹਖਾਨਾ ਬਣਿਆ ਰਿਹਾ। ਡੈਂਡੀ ਦੇਸ਼ 'ਚ ਐਮਰਜੈਂਸੀ ਲੱਗਣ ਦੇ ਚੌਥੇ ਕੁ ਦਿਨ ਮੈਂ ਪਟਿਆਲੇ ਤੋਂ ਚੰਦੂ ਮਾਜਰਾ ਜਾਣ ਲਈ ਬੱਸ
ਫੜ ਕੇ ਜਿਵੇਂ ਹੀ ਰਾਜਪੁਰੇ ਬੱਸ ਅੱਡੇ 'ਤੇ ਉਤਰਿਆ ਤਾਂ ਪੁਲਿਸ ਦੀ ਟੀਮ ਨੇ ਮੈਨੂੰ ਘੇਰਾ ਪਾ ਕੇ ਦਬੋਚ ਲਿਆ। ਡੈਂਡੀ ਅਗਲੇ 15 ਦਿਨ ਮੈਨੂੰ ਰਾਜਪੁਰੇ ਥਾਣੇ ਵਿੱਚ ਰੱਖ ਕੇ ਐਮਰਜੈਂਸੀ ਦੀ ਹਮਾਇਤ ਕਰਨ ਲਈ ਹਰ ਤਰ੍ਹਾਂ ਦਾ ਦਬਾਅ ਪਾਇਆ। ਡੈਂਡੀ ਉਸ ਵੇਲੇ ਚੰਡੀਗੜ੍ਹ ਵਿੱਚ DIG ਇੰਟੈਲੀਜੈਂਸ ਵਜੋਂ ਤਾਇਨਾਤ ਬਾਵਾ ਉਪ ਨਾਂ ਵਾਲਾ ਪੁਲਿਸ ਅਫਸਰ ਉਚੇਚਾ ਮੈਨੂੰ ਮਨਾਉਣ ਲਈ ਭੇਜਿਆ ਗਿਆ। ਡੈਂਡੀ ਹਰ ਤਰ੍ਹਾਂ ਦੇ ਡਰਾਵੇ ਅਤੇ ਲਾਲਚ ਦੇ ਕੇ ਸਰਕਾਰ ਮੇਰੇ ਕੋਲੋਂ ਐਮਰਜੈਂਸੀ ਦੀ ਹਮਾਇਤ ਕਰਵਾਉਣ ਵਿੱਚ ਕਾਮਯਾਬ ਨਾ ਹੋਈ ਤਾਂ ਆਖਰ ਮੇਰੇ ਉੱਤੇ ਮੀਸਾ ਅੰਦਰੂਨੀ ਸੁਰੱਖਿਆ ਐਕਟ ਲਾ ਕੇ ਮੈਨੂੰ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਡੈਂਡੀ ਜਦੋਂ ਪਟਿਆਲਾ ਜੇਲ੍ਹ ਦੀ ਡਿਊਟੀ ਵਿੱਚ ਮੈਨੂੰ ਸਮਗਲਰਾਂ ਦੇ ਅਹਾਤੇ ਵਿੱਚ ਬੰਦ ਕਰਨ ਦਾ ਹੁਕਮ ਸੁਣਾਇਆ ਗਿਆ ਤਾਂ ਮੈਂ ਪਹਿਲਾਂ ਤੋਂ ਹੀ ਸਹਿਮਿਆ ਹੋਇਆ ਹੋਰ ਡਰ ਗਿਆ। ਡੈਂਡੀ ਪਰੰਤੂ ਇਹ ਡਰ ਉਸ ਵੇਲੇ ਦੂਰ ਹੋ ਗਿਆ ਜਦੋਂ ਉਹਨਾਂ ਪਾੜਾ ਆ ਕੇ ਮੇਰਾ ਸਵਾਗਤ ਕੀਤਾ। ਡੈਂਡੀ ਅਗਲੇ ਹੀ ਦਿਨ ਅਕਾਲੀ ਆਗੂ ਜਸਵਿੰਦਰ ਸਿੰਘ ਬਰਾੜ ਅਤੇ ਬਾਅਦ 'ਚ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਡੈਂਡੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਖਿਲਾਫ ਸਾਂਝਾ ਐਲਾਨਨਾਮਾ ਜਾਰੀ ਕਰਕੇ ਸ਼ੁਰੂ ਕੀਤੇ ਮੋਰਚੇ ਦੌਰਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਗੁਰਚਰਨ ਸਿੰਘ ਟੌੜਾ, ਜਗਦੇਵ ਸਿੰਘ ਤਲਵੰਡੀ, ਸਰਦਾਰ ਆਤਮਾ ਸਿੰਘ, ਸਰਦਾਰ ਬਸੰਤ ਸਿੰਘ ਖਾਲਸਾ ਆਦਿ ਨੇਤਾ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਕੇ ਅਣਮਿੱਥੇ ਸਮੇਂ ਲਈ ਜੇਲ੍ਹ ਆ ਬਰਾਜੇ। ਡੈਂਡੀ ਉਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਹਿੰਦ ਸਮਾਚਾਰ ਸਮੂਹ ਦੇ ਬਾਨੀ ਲਾਲਾ ਜਗਤ ਨਾਰਾਇਣ ਅਤੇ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਬਲਰਾਮ ਜੀ ਦਾਸ ਟੰਡਨ ਵੀ ਪਟਿਆਲਾ ਜੇਲ੍ਹ 'ਚ ਭੇਜ ਦਿੱਤੇ ਗਏ। ਡੈਂਡੀ ਦੇਸ਼ ਅੰਦਰ ਅੰਦਰੂਨੀ ਐਮਰਜੈਂਸੀ ਠੋਸੀ ਹੋਣ ਕਰਕੇ ਸਰਕਾਰ ਵੱਲੋਂ ਧੜਾ ਧੜ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ, ਅਖਬਾਰਾਂ ਉੱਤੇ ਲਾਈ ਸੈਂਸਰਸ਼ਿਪ ਅਤੇ ਸਰਕਾਰੀ ਸਾਧਨਾਂ ਦੁਆਰਾ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਡੈਂਡੀ 4 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਮ ਜਨਤਾ ਨਾਲ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ। ਡੰਡੀ ਹੁਣ ਸਵਾਲ ਇਹ ਉੱਠਦਾ ਹੈ ਕਿ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਉੱਚ ਪੱਧਰ ਦੀਆਂ ਸਰਕਾਰੀ ਨੌਕਰੀਆਂ ਦੇ ਕੇ ਆਮ ਜਨਤਾ ਅਤੇ ਉਹਨਾਂ ਦੇ ਪੜ੍ਹੇ ਲਿਖੇ ਬੇਰੁਜ਼ਗਾਰ ਬੱਚਿਆਂ ਨਾਲ ਧੋਖਾ ਕਿਉਂ ਕੀਤਾ ਗਿਆ। ਪ੍ਰਸ਼ਨ ਚਿੰਨ੍ਹ। ਇੱਕ ਪਾਸੇ ਗਰੀਬਾਂ ਦੇ ਪੜ੍ਹੇ ਲਿਖੇ ਬੱਚੇ ਡਿਗਰੀਆਂ ਪ੍ਰਾਪਤ ਕਰਕੇ ਵੀ ਬੇਰੁਜ਼ਗਾਰ ਬੈਠੇ ਹਨ ਅਤੇ ਦੂਜੇ ਪਾਸੇ ਪ੍ਰੀਖਿਆ ਤੋਂ ਬਗੈਰ ਹੀ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨਜਾਇਜ਼ ਉੱਚ ਪੱਧਰੀ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ, ਜੋ ਕਿ ਕੈਪਟਨ ਸਰਕਾਰ ਦਾ ਬਹੁਤ ਹੀ ਇਤਰਾਜ਼ਯੋਗ ਫੈਸਲਾ ਹੈ। ਡੰਡੀ ਮੇਰੀ ਆਮ ਜਨਤਾ ਅਤੇ ਦੇਸ਼ ਦੇ ਪੜ੍ਹੇ ਲਿਖੇ ਨੌਜਵਾਨ ਪੀੜ੍ਹੀ ਨੂੰ ਅਪੀਲ ਹੈ ਕਿ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਪਰਹੇਜ਼ ਕੀਤਾ ਜਾਵੇ ਅਤੇ
ਆਉਣ ਵਾਲੇ ਸਾਲਾਂ ਵਿੱਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਦੇਸ਼ ਲਈ ਸੂਝ-ਬੂਝ ਵਾਲਾ ਨੇਤਾ ਚੁਣਿਆ ਜਾਵੇ। ਡੰਡੀ। ਪਿਛਲੇ ਦਿਨੀ ਲੈਕਚਰਾਰ ਵਰਿੰਦਰ ਸ਼ਰਮਾ ਨੇ ਆਪਣੇ ਲੇਖ ਭਲਕੇ ਆਇਓ ਰਾਹੀਂ ਦਫ਼ਤਰਾਂ ਵਿੱਚ ਤੈਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਆਪਣੇ ਗਾਹਕਾਂ ਨਾਲ ਕੀਤੇ ਜਾਂਦੇ ਮਾੜੇ ਵਤੀਰੇ ਬਾਰੇ ਸਹੀ ਤਸਵੀਰ ਪੇਸ਼ ਕੀਤੀ ਹੈ। ਡੰਡੀ। ਜਿਹੜੇ ਅਧਿਕਾਰੀ ਕਰਮਚਾਰੀ ਆਪਣੇ ਗਾਹਕਾਂ ਨਾਲ ਠੀਕ ਵਤੀਰਾ ਨਹੀਂ ਕਰਦੇ ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਕਿਸੇ ਲੋੜਵੰਦ ਦਾ ਸਮੇਂ ਸਿਰ ਕੰਮ ਹੋਣ ਅਤੇ ਮੁਸ਼ਕਲ ਹੱਲ ਹੋਣ ਤੇ ਉਸ ਦੇ ਮੂੰਹੋਂ ਜੋ ਅਸੀਸਾਂ ਨਿਕਲਦੀਆਂ ਹਨ ਉਹ ਸਾਡਾ ਜੀਵਨ ਸੁਧਾਰਦੀਆਂ ਹਨ। ਕਿਸੇ ਦਾ ਸਵਾਰ ਕੇ ਮਨ ਨੂੰ ਜੋ ਸਕੂਨ ਮਿਲਦਾ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਡੰਡੀ। ਇਸ ਲਈ ਲੋਕਾਂ ਦੇ ਕੰਮ ਕਾਜ ਕਰਨ ਲਈ ਦਫ਼ਤਰਾਂ ਵਿੱਚ ਬੈਠੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਇਹ ਵਿਚਾਰ ਕੇ ਡਿਊਟੀ ਨਿਭਾਉਣੀ ਚਾਹੀਦੀ ਹੈ ਕਿ ਰੱਬ ਨੇ ਸਾਨੂੰ ਰੁਜ਼ਗਾਰ ਦੇ ਕੇ ਲੋਕ ਸੇਵਾ ਕਰਨ ਦਾ ਵਧੀਆ ਮੌਕਾ ਦਿੱਤਾ ਹੈ ਜਿਸ ਵਿੱਚ ਲੋਕ ਸੇਵਾ ਕਰਨ ਬਦਲੇ ਉਚਿਤ ਤਨਖਾਹ ਵੀ ਮਿਲਦੀ ਹੈ। ਡੰਡੀ। ਨਾਲੇ ਪੁੰਨ ਨਾਲੇ ਫਲੀਆਂ। ਡੰਡੀ। ਆਪਣੇ ਗਾਹਕਾਂ ਪ੍ਰਤੀ ਵਧੀਆ ਵਤੀਰਾ ਰੱਖ ਕੇ ਇੱਕ ਚੰਗੇ ਇਨਸਾਨ ਹੋਣ ਦਾ ਵੀ ਸਬੂਤ ਦੇਣਾ ਚਾਹੀਦਾ ਹੈ। ਡੰਡੀ। ਪੈਰਾ। ਕਰੋਨਾ ਦੀ ਦੂਜੀ ਲਹਿਰ ਦੇ ਮੱਧਮ ਪੈਂਦਿਆਂ ਹੀ ਸਰਕਾਰ ਵੱਲੋਂ ਕਈ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਤੇ ਹਰੇਕ ਖੇਤਰ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਪਰ ਮਨੋਰੰਜਨ ਦੇ ਸਭ ਤੋਂ ਵੱਡੇ ਸਾਧਨ ਸਿਨੇਮਿਆਂ ਨੂੰ ਪਤਾ ਨਹੀਂ ਕਿਉਂ ਖੋਲ੍ਹਿਆ ਨਹੀਂ ਜਾ ਰਿਹਾ। ਡੰਡੀ। ਫਿਲਮ ਇੰਡਸਟਰੀ ਨੂੰ ਸਭ ਤੋਂ ਵੱਡੀ ਸਨਅਤ ਮੰਨਿਆ ਜਾਂਦਾ ਹੈ ਤੇ ਸਰਕਾਰ ਨੂੰ ਸਭ ਨਾਲੋਂ ਜ਼ਿਆਦਾ ਟੈਕਸ ਵੀ ਫਿਲਮਾਂ ਤੋਂ ਹੀ ਮਿਲਦਾ ਹੈ। ਡੰਡੀ। ਅਜੀਤ ਦੇ ਪਿਛਲੇ ਦਿਨਾਂ ਦੇ ਅੰਕ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਸਿਰਫ ਪੰਜਾਬ ਦੇ ਹੀ ਸਿਨੇਮਾ ਘਰ ਬੰਦ ਹੋਣ ਕਰਕੇ ਸਿਨੇਮਾ ਮਾਲਕਾਂ ਨੂੰ ਰੋਜ਼ਾਨਾ 3 ਤੋਂ 4 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋ ਰਿਹਾ ਹੈ। ਡੰਡੀ। ਇੱਕ ਅੰਦਾਜ਼ੇ ਮੁਤਾਬਕ ਦੇਸ਼ ਭਰ ਵਿੱਚ ਤਕਰੀਬਨ 9000 ਮਲਟੀਪਲੈਕਸ ਅਤੇ ਸਿੰਗਲ ਸਕਰੀਨਾਂ ਹਨ। ਡੰਡੀ। ਪੰਜਾਬ ਵਿੱਚ ਵੱਖ-ਵੱਖ ਕੰਪਨੀਆਂ ਦੇ 114 ਮਲਟੀਪਲੈਕਸ ਅਤੇ 35 ਸਿੰਗਲ ਸਕਰੀਨਾਂ ਹਨ ਜਿਨ੍ਹਾਂ ਵਿੱਚ ਕੰਮ ਕਰਦੇ ਹਜ਼ਾਰਾਂ ਕਾਮਿਆਂ ਦੀ ਨੌਕਰੀ ਖਤਰੇ ਵਿੱਚ ਹੈ। ਡੰਡੀ। ਹੁਣ ਜਦੋਂ ਕਿ ਬੱਸਾਂ ਪੂਰੀਆਂ ਭਰ ਕੇ ਚੱਲਣ ਦੀ ਖੁੱਲ੍ਹ ਹੋ ਗਈ ਹੈ ਤਾਂ ਸਿਨੇਮਿਆਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇ ਹੀ ਦੇਣੀ ਚਾਹੀਦੀ ਹੈ। ਡੰਡੀ। ਜਿਉਂ ਹੀ 10 ਜੂਨ ਆਈ ਅਸੀਂ ਆਪਣੇ ਨਿੱਜ ਲਈ ਧਰਤੀ ਦੀ ਹਿੱਕ 'ਚੋਂ ਪਾਣੀ ਖਿੱਚਣਾ ਸ਼ੁਰੂ ਕਰ ਦਿੱਤਾ। ਡੰਡੀ। ਅਸੀਂ ਆਪਣੇ ਹੱਕਾਂ ਲਈ ਦਿੱਲੀ ਹਿੱਕਾਂ ਡਾਹੀ ਬੈਠੇ ਹਾਂ ਪਰ ਪਾਣੀਆਂ ਨੂੰ ਬਚਾਉਣ ਲਈ ਅਵੇਸਲੇ ਕਿਉਂ? ਪ੍ਰਸ਼ਨ ਚਿੰਨ੍ਹ। ਪਾਣੀ ਨੂੰ ਬਚਾਉਣ ਖਾਤਰ ਝੋਨੇ ਦਾ ਬਦਲ ਲੱਭਣਾ ਪੈਣਾ ਨਹੀਂ ਤਾਂ ਅਸੀਂ ਆਪਣੇ ਜੀਵਨ ਕਾਲ 'ਚ ਹੀ ਪਾਣੀ ਖਤਮ ਕਰ ਦਿਆਂਗੇ ਤਾਂ ਜਲਦ ਹੀ ਆਵਾਮ ਦੇ ਸੰਗ ਸੁੱਕਣਗੇ। ਡੰਡੀ। ਮੋਏ ਇਨਸਾਨ ਅੰਤਿਮ ਇਸ਼ਨਾਨ ਤੋਂ ਬਿਨਾਂ ਹੀ ਸਾੜੇ ਜਾਣਗੇ। ਡੰਡੀ। ਬਹੁਤ ਜਲਦ ਅਗਲਾ ਵੱਡਾ ਜਲ ਯੁੱਧ ਹੋਵੇਗਾ ਕਿਉਂਕਿ ਜਦ ਧਰਤੀ ਨੇ ਹੀ ਪਾਣੀ ਤੋਂ ਜਵਾਬ ਦੇ ਦਿੱਤਾ ਦੇਖਦੇ ਹੀ ਦੇਖਦੇ ਪਾਣੀ 150 ਫੁੱਟ ਤੋਂ ਥੱਲੇ ਚਲਾ ਗਿਆ। ਡੰਡੀ। ਹੁਣ ਧਰਤੀ ਸਿੱਲੇ ਨਹੀਂ ਸੁੱਕੀ ਰੱਕੜ ਬਣੀ ਪਈ ਹੈ। ਡੰਡੀ। ਪਰ ਅਸੀਂ ਚੱਲ ਹੋਊ ਆਖ ਧਰਤੀ ਦੀ ਹਿੱਕ 'ਚ ਛੇਕ ਕਰ ਇੱਕ ਦੂਜੇ ਤੋਂ ਵੱਧ ਕੇ ਅੰਮ੍ਰਿਤ ਵਰਗਾ ਪਾਣੀ ਝੋਨੇ ਦੀ ਆੜ 'ਚ ਅਜਾਈਂ ਵਹਾ ਰਹੇ ਹਾਂ। ਕਾਸ਼
ਪ੍ਰਸ਼ਨ ਚਿੰਨ੍ਹ ਆਪਣੇ ਹੱਕਾਂ ਵਿੱਚ ਪਾਣੀ ਬਚਾਉਣ ਵਰਗਾ ਹੱਕ ਸ਼ਾਮਲ ਹੋਵੇ। ਡੰਡੀ ਜਲ ਹੈ ਤਾਂ ਕਲ ਹੈ, ਜਲ ਹੀ ਜੀਵਨ ਹੈ। ਡੰਡੀ ਆਓ ਪਾਣੀ ਪ੍ਰਤੀ ਸੁਹਿਰਦ ਹੋਣ ਦਾ ਯਤਨ ਕਰੀਏ। ਡੰਡੀ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਵੱਲ ਚੀਨ ਦੀ ਗਹਿਰੀ ਦਿਲਚਸਪੀ ਨੂੰ ਕੁਆਡ ਭਾਵ ਅਮਰੀਕਾ, ਭਾਰਤ, ਆਸਟ੍ਰੇਲੀਆ ਤੇ ਜਾਪਾਨ ਨੇ ਮਿਲ ਕੇ ਇੱਕ ਵੱਡਾ ਖਤਰਾ ਖੜਾ ਕਰ ਦਿੱਤਾ ਹੈ, ਕਿਉਂਕਿ ਉਹ ਕੋਲੰਬੋ, ਗਵਾਦਾਰ ਜਾਂ ਹੋਰ ਬੰਦਰਗਾਹਾਂ ਸਥਾਪਿਤ ਕਰਕੇ ਇਸ ਇਲਾਕੇ ਵਿੱਚ ਆਪਣੀ ਹੋਂਦ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕੁਆਡ ਵਿੱਚ ਸ਼ਾਮਿਲ ਦੇਸ਼ ਇਸ 'ਤੇ ਰੋਕ ਲਾਉਣਾ ਚਾਹੁੰਦੇ ਹਨ। ਡੰਡੀ ਚੀਨ ਨੇ ਵੀਅਤਨਾਮ, ਫਿਲੀਪੀਨਜ਼, ਇੰਡੋਨੇਸ਼ੀਆ, ਜਾਪਾਨ ਆਦਿ ਸਰਹੱਦੀ ਮੁਲਕਾਂ ਨਾਲ ਜਿਸ ਤਰ੍ਹਾਂ ਆਪਣੇ ਵਿਸਤਾਰਵਾਦੀ ਰਵੱਈਏ ਸਦਕਾ ਜੰਗ ਵਰਗੇ ਹਾਲਾਤ ਪੈਦਾ ਕਰ ਰੱਖੇ ਹਨ ਤੇ ਜਿਸ ਤਰ੍ਹਾਂ ਕਰਜ਼ੇ ਰਾਹੀਂ ਪਾਕਿਸਤਾਨ ਤੇ ਅਫਰੀਕੀ ਦੇਸ਼ਾਂ ਉੱਤੇ ਪ੍ਰਭਾਵ ਵਧਾ ਕੇ ਉਹਨਾਂ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਖਤਰੇ ਵਿੱਚ ਪਾਇਆ ਹੈ, ਉਸ ਉੱਤੇ ਤਾਂ ਸਾਰਾ ਵਿਸ਼ਵ ਚਿੰਤਤ ਹੈ। ਡੰਡੀ ਉਸ ਨੇ ਪਾਕਿਸਤਾਨ ਨਾਲ ਵਪਾਰਕ ਗਲਿਆਰੇ ਦਾ ਸਮਝੌਤਾ ਕਰਕੇ ਤੇ ਅਫਰੀਕੀ ਦੇਸ਼ਾਂ ਨੂੰ ਕਰਜ਼ੇ ਦੇ ਕੇ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਗੁਲਾਮ ਬਣਾ ਲਿਆ ਹੈ। ਡੰਡੀ ਇਸ ਨਾਲ ਵਿਸ਼ਵ ਵਿੱਚ ਅਸੰਤੁਲਨ ਵਧਿਆ ਹੈ। G7 ਦੇਸ਼ਾਂ ਦੀ ਗੱਲਬਾਤ ਵਿੱਚ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਹੈ। ਡੰਡੀ ਅਮਰੀਕਾ ਨੇ ਚੀਨ ਦੇ ਕਰਜ਼ੇ ਵਿੱਚ ਫਸਾਏ ਮੁਲਕਾਂ ਦੀ ਮੁਕਤੀ ਦੀ ਗੱਲ ਵੀ ਕੀਤੀ ਹੈ। ਡੰਡੀ ਅਮਰੀਕਾ ਤਿੱਬਤ ਨੂੰ ਆਜ਼ਾਦ ਮੁਲਕ ਮੰਨਦਾ ਹੈ, ਜਿਸ ਉੱਤੇ ਚੀਨ ਕਬਜ਼ਾ ਕਰਕੇ ਉੱਥੋਂ ਦੇ ਧਰਮ ਤੇ ਸੱਭਿਆਚਾਰ ਨੂੰ ਤਹਿਸ ਨਹਿਸ ਕਰ ਰਿਹਾ ਹੈ। ਡੰਡੀ ਹੋਰ ਤਾਂ ਹੋਰ ਚੀਨ ਇਹ ਵੀ ਦਾਅਵਾ ਕਰਦਾ ਹੈ ਕਿ ਅਗਲੇ ਦਲਾਈ ਲਾਮਾ ਨੂੰ ਚੁਣਨ ਦੀ ਪ੍ਰਵਾਨਗੀ ਦੇਣ ਦਾ ਹੱਕ ਵੀ ਉਸ ਦਾ ਹੀ ਹੈ। ਡੰਡੀ ਅਮਰੀਕਾ ਅਨੁਸਾਰ ਚੀਨ ਨੇ ਉਈਗਰ ਲੋਕਾਂ 'ਤੇ ਮਨੁੱਖੀ ਤਸ਼ੱਦਦ ਦੀ ਇੰਤਹਾ ਕੀਤੀ ਹੋਈ ਹੈ ਤੇ ਮਾਨਵਤਾ ਦੀ ਇਹ ਮੰਗ ਹੈ ਕਿ ਉਈਗਰ ਲੋਕਾਂ ਨੂੰ ਚੀਨ ਦੇ ਇਸ ਵੱਧਦੇ ਜ਼ੁਲਮ ਤੋਂ ਛੁਡਾਇਆ ਜਾਵੇ। ਡੰਡੀ ਅਮਰੀਕਾ ਚੀਨ ਦੇ 2035 ਤੱਕ ਦੁਨੀਆ ਦਾ ਨੰਬਰ 1 ਮੁਲਕ ਬਣਨ ਦੇ ਇਸ ਘਟੀਆ ਤਰੀਕੇ ਦਾ ਸਖਤ ਵਿਰੋਧੀ ਹੈ। ਡੰਡੀ ਪਿਛਲੇ ਹਫ਼ਤੇ ਭਾਰਤ ਚੀਨ ਕਮਾਂਡਰਾਂ ਦੀ ਗੱਲਬਾਤ ਫੇਲ ਹੋ ਗਈ, ਕਿਉਂਕਿ ਚੀਨ ਦੇ ਪਾਸਾਂਗ ਬੋਗਰਾ ਹਾਟ ਸਪਰਿੰਗ ਦਾ ਇਲਾਕਾ ਛੱਡਣ ਲਈ ਤਿਆਰ ਨਹੀਂ ਹੈ। ਡੰਡੀ ਇੱਕ ਰਿਪੋਰਟ ਅਨੁਸਾਰ ਦਿੱਲੀ ਵਿੱਚ ਭਾਰਤ ਦੇ ਚੋਟੀ ਦੇ ਕਮਾਂਡਰਾਂ ਨੇ 17 ਜੂਨ 2021 ਵੀਰਵਾਰ ਨੂੰ 2 ਰੋਜ਼ਾ ਸੰਮੇਲਨ ਦੇ ਪਹਿਲੇ ਦਿਨ ਚੀਨ ਨਾਲ ਅਸਲ ਕੰਟਰੋਲ ਰੇਖਾ ਦੇ ਨਾਲ ਪੂਰਬੀ ਲੱਦਾਖ ਦੇ ਨਾਲ ਹੋਰ ਸੰਵੇਦਨਸ਼ੀਲ ਖੇਤਰਾਂ ਸਮੇਤ ਭਾਰਤ ਦੀਆਂ ਸਮੁੱਚੀ ਸੁਰੱਖਿਆ ਚੁਣੌਤੀਆਂ ਦਾ ਵਿਆਪਕ ਜਾਇਜ਼ਾ ਲਿਆ। ਡੰਡੀ ਤਕਰੀਬਨ 13 ਲੱਖ ਤਾਕਤਵਰ ਫੋਰਸ ਦੇ ਚੀਫ ਆਫ ਆਰਮੀ ਸਟਾਫ ਜਨਰਲ MM ਨਰਵਾਣੇ ਅਤੇ ਚੋਟੀ ਦੇ ਕਮਾਂਡਰਾਂ ਵੱਲੋਂ ਪੂਰਬੀ ਲੱਦਾਖ ਵਿੱਚ ਭਾਰਤ ਦੀ ਲੜਾਈ ਦੀ ਤਿਆਰੀ ਬਾਰੇ ਚਰਚਾ ਕੀਤੀ, ਜਿੱਥੇ 1 ਸਾਲ ਤੋਂ ਵੱਧ ਸਮੇਂ ਤੋਂ ਭਾਰਤੀ ਅਤੇ ਚੀਨੀ ਫੌਜੀ ਤਣ ਕੇ ਬੈਠੇ ਹੋਏ ਹਨ। ਡੰਡੀ ਸੂਤਰਾਂ ਨੇ ਕਿਹਾ ਕਿ ਭਾਰਤ ਦੀ ਲੜਾਈ ਦੀ ਤਾਕਤ ਨੂੰ ਹੋਰ ਵਧਾਉਣ ਦੇ ਤਰੀਕਿਆਂ ਬਾਰੇ ਵੀ ਵਿਚਾਰ ਕੀਤੀ ਗਈ। ਡੰਡੀ
ਇੰਨੀ ਦਿਨੀ ਗਲਵਾਨ ਘਾਟੀ ਵਿੱਚ ਹੋਏ ਘਾਤਕ ਝੜਪ ਦੀ ਪਹਿਲੀ ਵਰ੍ਹੇਗੰਢ ਸੀ, ਜਿਸ ਵਿੱਚ ਚੀਨ ਦੇ ਹਮਲੇ ਦਾ ਸਾਹਮਣਾ ਕਰਦਿਆਂ ਦੇਸ਼ ਦੀ ਖੇਤਰੀ ਅਖੰਡਤਾ ਦਾ ਬਚਾਅ ਕਰਦਿਆਂ ਵੀ ਭਾਰਤੀ ਸੈਨਿਕਾਂ ਨੇ ਆਪਣੀ ਜਾਨ ਦੇ ਦਿੱਤੀ ਸੀ ਤੇ ਚੀਨ ਦੇ ਵੀ ਬਹੁਤ ਸਾਰੇ ਸਿਪਾਹੀ ਮਾਰੇ ਗਏ ਸਨ। ਡੰਡੀ ਫਰਵਰੀ ਵਿੱਚ ਚੀਨ ਨੇ ਅਧਿਕਾਰਤ ਤੌਰ 'ਤੇ ਮੰਨਿਆ ਕਿ ਭਾਰਤੀ ਫੌਜ ਨਾਲ ਹੋਈਆਂ ਝੜਪਾਂ ਵਿੱਚ 5 ਚੀਨੀ ਫੌਜੀ ਅਧਿਕਾਰੀ ਅਤੇ 1 ਸੈਨਿਕ ਮਾਰਿਆ ਗਿਆ ਸੀ। ਹਾਲਾਂਕਿ ਇਹ ਵਿਆਪਕ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਚੀਨ ਦੇ ਮਰਨ ਵਾਲੇ ਜਵਾਨਾਂ ਦੀ ਗਿਣਤੀ ਵਧੇਰੇ ਸੀ। ਡੰਡੀ ਪਿਛਲੇ ਮਹੀਨੇ ਸੈਨਾ ਦੇ ਮੁਖੀ ਜਨਰਲ ਨਰਵਾਣੇ ਨੂੰ ਕਿਹਾ ਸੀ ਕਿ ਪੂਰਬੀ ਲੱਦਾਖ ਦੇ ਸਾਰੇ ਸੰਘਰਸ਼ ਬਿੰਦੂਆਂ ਤੋਂ ਚੀਨ ਦੀ ਮੁਕੰਮਲ ਤੌਰ 'ਤੇ ਵਾਪਸੀ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਅਤੇ ਭਾਰਤੀ ਫੌਜ ਹਰ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਹੈ। ਡੰਡੀ ਜਨਰਲ ਨਰਵਾਣੇ ਨੇ ਇਹ ਵੀ ਕਿਹਾ ਕਿ ਪੂਰਬੀ ਲੱਦਾਖ ਵਿੱਚ ਆਪਣੇ ਦਾਅਵਿਆਂ ਨੂੰ ਯਕੀਨੀ ਬਣਾਉਣ ਲਈ ਭਾਰਤ ਚੀਨ ਦੀ ਹੱਦ ਤੱਕ ਪੱਕੀ ਤਰ੍ਹਾਂ ਡਟਿਆ ਹੋਇਆ ਹੈ ਤੇ ਜਦ ਤੱਕ ਚੀਨ ਆਪਣੀ ਅਪ੍ਰੈਲ ਵਾਲੀ ਥਾਂ 'ਤੇ ਵਾਪਸ ਨਹੀਂ ਹੁੰਦਾ ਕਿਸੇ ਗੱਲਬਾਤ ਦੀ ਸੰਭਾਵਨਾ ਨਹੀਂ। ਡੰਡੀ ਚੀਨ ਦੀ ਵੱਧਦੀ ਫੌਜ ਤੇ ਹਥਿਆਰਾਂ ਦੀ ਗਿਣਤੀ ਵੇਖਦੇ ਹੋਏ ਭਾਰਤ ਨੇ ਵੀ ਆਪਣੀਆਂ 2 ਸਟ੍ਰਾਈਕ ਕੋਰਾਂ ਪਹਿਲੀ ਤੇ ਦੂਜੀ ਸਟ੍ਰੋਕ ਕੋਰ ਨੂੰ ਚੀਨ ਦੀਆਂ ਸਰਹੱਦਾਂ 'ਤੇ ਤੈਨਾਤ ਕਰ ਦਿੱਤਾ ਤੇ ਫਰਾਂਸ ਤੋਂ ਲਏ ਰਫਾਲਾਂ ਦੇ 2 ਨਵੇਂ ਸਕੁਆਡਰਨਾਂ ਨਾਲ ਵੀ ਚੌਕਸੀ ਵਧਾ ਦਿੱਤੀ ਹੈ। ਡੰਡੀ ਚੀਨ ਦੀ ਇਸ ਦਾਅਵੇਦਾਰੀ ਕਰਕੇ 9 ਅਪ੍ਰੈਲ 2021 ਦੀ ਗੱਲਬਾਤ ਬੇਸਿੱਟਾ ਰਹੀ ਤੇ ਦੋਵੇਂ ਨਿਊਕਲੀਆਈ ਦੇਸ਼ਾਂ ਦੀਆਂ ਸੈਨਾਵਾਂ ਆਮੋ ਸਾਹਮਣੇ ਤੈਨਾਤ ਹਨ ਤੇ ਸੰਨ 1993 ਦਾ ਭਾਰਤ ਚੀਨ ਦਾ ਸਮਝੌਤਾ ਵੀ ਟੁੱਟ ਗਿਆ ਹੀ ਸਮਝਣਾ ਚਾਹੀਦਾ ਹੈ। ਡੰਡੀ ਚੀਨ ਨੇ ਤਾਂ ਤਿੱਬਤ ਵਿੱਚ ਆਪਣੇ ਨਿਊਕਲੀਆਈ ਹਥਿਆਰ ਤੇ ਵੱਡੀਆਂ ਮਿਜ਼ਾਈਲਾਂ ਵੀ ਤੈਨਾਤ ਕਰ ਦਿੱਤੀਆਂ ਹਨ। ਡੰਡੀ ਚੀਨ ਪਾਕਿਸਤਾਨ ਤੇ ਭਾਰਤ ਵੱਲੋਂ ਇਸ ਇਲਾਕੇ ਵਿੱਚ ਹਥਿਆਰਾਂ ਦੇ ਜਮਾਵੜੇ ਨਾਲ ਇਹ ਡਰ ਹੈ ਕਿ ਗਲਵਾਨ ਵਰਗੀ ਇੱਕ ਹੋਰ ਚੰਗਿਆੜੀ ਇਹਨਾਂ ਦੇਸ਼ਾਂ ਨੂੰ ਵੱਡੀ ਜੰਗ ਵਿੱਚ ਉਲਝਾ ਸਕਦੀ ਹੈ, ਜੋ ਵਾਕਈ ਹੀ ਚਿੰਤਾ ਵਾਲੀ ਗੱਲ ਹੋਵੇਗੀ। ਡੰਡੀ ਹੁਣ ਮੁੱਦੇ ਦੀ ਗੱਲ ਇਹ ਹੈ ਕਿ ਜੋ ਲੱਦਾਖ ਦਾ ਦਿਪਾਂਗ ਸਾਂਗ ਗੋਗੜਾ ਹਾਟ ਸਪਰਿੰਗ ਦਾ ਇਲਾਕਾ ਹੈ ਉਹ ਅਕਸਾਈ ਚਿੰਨ ਦੇ ਨਾਲ ਹੀ ਲੱਗਦਾ ਹੈ ਤੇ ਇਹ ਸਾਰਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸੀ, ਜੋ ਜਰਨੈਲ ਜ਼ੋਰਾਵਰ ਸਿੰਘ ਨੇ ਤਿੱਬਤ ਤੋਂ ਜਿੱਤ ਕੇ ਨਾਲ ਮਿਲਾਇਆ ਸੀ ਤੇ ਜਦ ਮਹਾਰਾਜਾ ਸ਼ੇਰ ਸਿੰਘ ਤੇ ਤਿੱਬਤ ਦੇ ਰਾਜੇ ਵਿਚਕਾਰ ਸਮਝੌਤਾ ਹੋਇਆ ਤੇ ਜਿਸ ਸੰਧੀ ਉੱਤੇ ਨੇਪਾਲ ਦੇ ਰਾਜੇ ਦੀ ਗਵਾਹੀ ਦੇ ਦਸਖਤ ਹਨ ਤਾਂ ਉਸ ਵੇਲੇ ਇਹ ਇਲਾਕਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਪ੍ਰਵਾਨ ਕਰ ਲਿਆ ਗਿਆ ਸੀ। ਡੰਡੀ ਇਸ ਲਈ ਭਾਰਤ ਨੂੰ ਸਿਰਫ ਦੋਪਸਾਂਗ ਗੋਗੜਾ ਹਾਟ ਸਪਰਿੰਗ ਦੀ ਹੀ ਗੱਲ ਕਰਨੀ ਚਾਹੀਦੀ ਹੈ। ਅਕਸਾਈ ਚਿੰਨ ਦੇ ਇਲਾਕੇ 'ਤੇ ਵੀ ਦਾਅਵਾ ਕਰਨਾ ਚਾਹੀਦਾ ਹੈ ਤੇ ਇਹ ਦਾਅਵਾ ਅੰਤਰਰਾਸ਼ਟਰੀ ਪੱਧਰ ਤੱਕ ਉਠਾਉਣਾ ਚਾਹੀਦਾ ਹੈ। ਡੰਡੀ ਕਿਉਂਕਿ ਡਾਕਟਰ ਜੋਧ ਸਿੰਘ ਵੱਖ-ਵੱਖ ਭਾਸ਼ਾਵਾਂ ਦੇ ਗਿਆਤਾ ਸਨ, ਇਸ ਲਈ ਉਹਨਾਂ ਨੇ ਅਨੁਵਾਦ ਦੇ ਖੇਤਰ ਵਿੱਚ ਵੀ ਜ਼ਿਕਰਯੋਗ ਕਾਰਜ ਕੀਤਾ, ਜੋ ਪੰਜਾਬ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਅਤੇ ਵਿਦੇਸ਼ਾਂ ਵਿੱਚ ਵੀ ਅਪੜਿਆ। ਡੰਡੀ ਇਸ ਪ੍ਰਸੰਗ ਵਿੱਚ ਉਹਨਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 4 ਭਾਗ, ਸ੍ਰੀ ਦਸਮ ਗ੍ਰੰਥ ਸਾਹਿਬ 4
4 ਭਾਗ ਦਾ ਅਨੁਵਾਦ ਕਰਨ ਦੇ ਨਾਲ ਨਾਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਵੀ ਹਿੰਦੀ ਭਾਸ਼ਾ ਵਿੱਚ ਅਨੁਵਾਦ ਕੀਤਾ ਡੰਡੀ। ਇਸ ਤੋਂ ਇਲਾਵਾ ਉਹਨਾਂ ਵੱਲੋਂ ਸ਼੍ਰੀ ਦਸਮ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਭਾਸ਼ਾ ਵਿੱਚ ਵੀ 2 ਭਾਗਾਂ ਵਿੱਚ ਅਨੁਵਾਦ ਕੀਤਾ ਗਿਆ ਡੰਡੀ। ਡਾਕਟਰ ਜੋਧ ਸਿੰਘ ਦੀ ਵਿਦਵਤਾ ਅਤੇ ਅਨੁਭਵ ਨੂੰ ਮੁੱਖ ਰੱਖਦੇ ਹੋਏ ਪੰਜਾਬੀ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਇੱਕ ਹੋਰ ਵਡਮੁੱਲੀ ਜ਼ਿੰਮੇਵਾਰੀ ਸੌਂਪੀ ਗਈ ਡੰਡੀ। ਉਹ ਸੀ ਸਰਬ ਭਾਰਤੀ ਪੰਜਾਬੀ ਕਾਨਫਰੰਸ ਦਾ ਆਯੋਜਨ ਡੰਡੀ। ਡਾਕਟਰ ਜੋਧ ਸਿੰਘ ਨੇ ਇਸ ਕਾਨਫਰੰਸ ਦੇ ਚੀਫ ਕੋਆਰਡੀਨੇਟਰ ਵਜੋਂ ਇਤਿਹਾਸਕ ਭੂਮਿਕਾ ਨਿਭਾਈ ਡੰਡੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਅਤੇ ਸੈਨੇਟ ਹਾਲ ਵਿਖੇ ਵਿਸ਼ਾਲ ਸਰਬ ਭਾਰਤੀ ਪੰਜਾਬੀ ਕਾਨਫਰੰਸਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਮਹਾਰਾਸ਼ਟਰ, ਪੱਛਮੀ ਬੰਗਾਲ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰਾਖੰਡ, ਰਾਜਸਥਾਨ, ਅਸਾਮ ਅਤੇ ਹਰਿਆਣਾ ਆਦਿ ਪ੍ਰਾਂਤਾਂ ਤੋਂ ਅਹਿਮ ਸ਼ਖਸੀਅਤਾਂ, ਡੈਲੀਗੇਟਾਂ ਅਤੇ ਪੰਜਾਬੀ ਪ੍ਰੇਮੀਆਂ ਨੇ ਵੱਡੀ ਤਾਦਾਦ ਵਿੱਚ ਸ਼ਮੂਲੀਅਤ ਕੀਤੀ ਅਤੇ ਭਾਸ਼ਾਈ, ਸੱਭਿਆਚਾਰਕ, ਸਾਹਿਤਕ, ਧਰਮ, ਦਰਸ਼ਨ, ਰਾਜਨੀਤੀ ਅਤੇ ਸਮਾਜ ਆਦਿ ਵਿਸ਼ਿਆਂ ਸੰਬੰਧੀ ਵਿਚਾਰਧਾਰਕ ਆਦਾਨ ਪ੍ਰਦਾਨ ਕੀਤਾ ਡੰਡੀ। ਉਹਨਾਂ ਦੀ ਅਗਵਾਈ ਵਿੱਚ ਪੰਜਾਬ ਤੋਂ ਬਾਹਰਲੇ ਪ੍ਰਾਂਤਾਂ ਅਤੇ ਵਿਦੇਸ਼ਾਂ ਵਿੱਚ ਜਾ ਕੇ ਵੀ ਅਜਿਹੀਆਂ ਸਰਬ ਭਾਰਤੀ ਪੰਜਾਬੀ ਕਾਨਫਰੰਸਾਂ ਦਾ ਆਯੋਜਨ ਕੀਤਾ ਗਿਆ, ਜਿਸ ਨਾਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਦੀਆਂ ਤੰਦਾਂ ਹੋਰ ਵੀ ਮਜ਼ਬੂਤ ਹੋਈਆਂ ਡੰਡੀ। ਉਹ ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਅਤੇ ਅਕਾਦਮਿਕ ਕੌਂਸਲ ਦੇ ਵਕਾਰੀ ਅਹੁਦਿਆਂ ਉੱਪਰ ਵੀ ਕਾਰਜਸ਼ੀਲ ਰਹੇ ਡੰਡੀ। ਉਹਨਾਂ ਅਨੇਕ ਦੇਸ਼ਾਂ ਅਤੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਭ੍ਰਮਣ ਦੌਰਾਨ ਧਰਮ, ਇਤਿਹਾਸ, ਖੋਜ ਅਤੇ ਦਰਸ਼ਨ ਆਦਿ ਵਿਸ਼ਿਆਂ ਸੰਬੰਧੀ ਸੈਮੀਨਾਰਾਂ ਅਤੇ ਕਾਨਫਰੰਸਾਂ ਵਿੱਚ ਭਰਪੂਰ ਸ਼ਮੂਲੀਅਤ ਕੀਤੀ ਡੰਡੀ। ਉਹਨਾਂ ਨੂੰ ਬੰਗਲਾਦੇਸ਼ ਦੀ ਢਾਕਾ ਯੂਨੀਵਰਸਿਟੀ ਦੇ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਵੀ 2 ਸਾਲ ਲਈ ਨਿਯੁਕਤ ਹੋਣ ਦਾ ਸ਼ਰਫ ਹਾਸਲ ਹੋਇਆ ਡੰਡੀ। ਸਰੋਤਿਆਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਵੱਲੋਂ ਉਹਨਾਂ ਦੇ ਧਰਮ ਸੰਬੰਧੀ ਭਾਸ਼ਣਾਂ ਨੂੰ ਧਿਆਨ ਨਾਲ ਸੁਣਿਆ ਜਾਂਦਾ ਸੀ ਡੰਡੀ। ਉਹ ਭ੍ਰਾਂਤੀਆਂ ਜਾਂ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਦਲੀਲ ਅਤੇ ਵਿਦਵਾਨਾਂ ਦੇ ਢੁਕਵੇਂ ਹਵਾਲੇ ਵੀ ਦਿੰਦੇ ਸਨ ਡੰਡੀ। ਆਪਣੀਆਂ ਲਿਖਤਾਂ ਰਾਹੀਂ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਡਾਕਟਰ ਜੋਧ ਸਿੰਘ ਸੰਖੇਪ ਬਿਮਾਰੀ ਕਾਰਨ 20 ਜੂਨ 2021 ਨੂੰ ਪਟਿਆਲਾ ਵਿਖੇ ਆਪਣੀ ਰਿਹਾਇਸ਼ 'ਤੇ ਪਰਲੋਕ ਪਿਆਨਾ ਕਰ ਗਏ ਡੰਡੀ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਮ ਅਰਦਾਸ ਅੱਜ ਮਿਤੀ 30 ਜੂਨ 2021 ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੁਹਾਰਾ ਚੌਂਕ ਪਟਿਆਲਾ ਵਿਖੇ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਹੋਵੇਗੀ ਡੰਡੀ। ਹੌਲੀ ਹੌਲੀ ਪਟਿਆਲਾ ਦੀ ਪੂਰੀ ਜੇਲ੍ਹ ਹੀ ਰਾਜਨੀਤਿਕ ਰੰਗਤ ਵਿੱਚ ਰੰਗੀ ਜਾਣ ਕਾਰਨ ਮੈਂ ਪੂਰੀ ਤਰ੍ਹਾਂ ਨਿਰਭੈ ਹੋ ਗਿਆ ਅਤੇ ਕਿਸੇ ਵੀ ਕੀਮਤ ਉੱਤੇ ਐਮਰਜੈਂਸੀ ਦੀ ਹਮਾਇਤ ਨਾ ਕਰਨ 'ਤੇ ਅੜ ਗਿਆ ਡੰਡੀ। ਮੀਸਾ ਤਹਿਤ ਨਜ਼ਰਬੰਦ ਕੀਤੇ ਗਏ ਸਾਰੇ ਆਗੂਆਂ ਵਿੱਚੋਂ ਮੈਂ ਸਭ ਤੋਂ ਛੋਟੀ ਉਮਰ ਦਾ ਹੋਣ ਕਾਰਨ ਸਾਰਿਆਂ ਵੱਲੋਂ ਮਿਲੇ ਪਿਆਰ ਸਦਕਾ ਮੇਰੀ ਦ੍ਰਿੜਤਾ ਹੋਰ ਵੀ ਪ੍ਰਪੱਕ ਹੋ ਗਈ ਸੀ ਡੰਡੀ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸੀਨੀਅਰ ਆਗੂਆਂ ਦੀ ਰੰਗਤ ਨੇ ਮੇਰੀ ਰਾਜਸੀ ਸੋਚ ਵਿੱਚ ਤਬਦੀਲੀ ਵੀ ਲਿਆਂਦੀ ਅਤੇ ਸਪਸ਼ਟਤਾ ਵੀ ਡੰਡੀ। ਭਾਰਤ ਵਿੱਚ ਜਨਤਾ ਪਾਰਟੀ ਦੇ ਵੱਡੇ ਆਗੂ ਵਜੋਂ ਸਥਾਪਿਤ ਹੋਏ
ਕਿਰਪਾਲ ਸਿੰਘ ਨੇ ਮੈਨੂੰ ਜੇਲ੍ਹ ਵਿੱਚ ਰਾਜਨੀਤਿਕ ਸ਼ਾਸਤਰ ਵਿੱਚ MA ਕਰਨ ਲਈ ਉਤਸ਼ਾਹਿਤ ਕਰਨ ਦੇ ਨਾਲ ਪੜ੍ਹਾਉਣ ਵਿੱਚ ਵੀ ਮਦਦ ਕੀਤੀ। ਡੰਡੀ ਐਮਰਜੈਂਸੀ ਦੌਰਾਨ ਜੇਲ੍ਹ ਵਿੱਚ ਮੇਰੀ ਨਜ਼ਰਬੰਦੀ ਨੇ ਹੀ ਮੇਰਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਮੁੱਢ ਬੰਨ੍ਹਿਆ। ਡੰਡੀ ਇਲਾਕਾਈ ਸਾਂਝ ਹੋਣ ਕਾਰਨ ਜਥੇਦਾਰ ਗੁਰਚਰਨ ਸਿੰਘ ਟੌੜਾ ਤੋਂ ਬਿਨਾਂ ਮੇਰੀ ਕਿਸੇ ਹੋਰ ਅਕਾਲੀ ਲੀਡਰ ਨਾਲ ਕੋਈ ਜਾਣ ਪਛਾਣ ਨਹੀਂ ਸੀ। ਡੰਡੀ ਇੱਕ ਸਧਾਰਨ ਕਿਸਾਨ ਦਾ ਪੁੱਤ ਹੋਣ ਕਰਕੇ ਰਾਜਨੀਤਿਕ ਅਹੁਦੇ ਆਪਣੀ ਪਹੁੰਚ ਤੋਂ ਦੂਰ ਲੱਗਦੇ ਸਨ। ਡੰਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹਾਈ ਪੂਰੀ ਹੋਣ ਕਾਰਨ ਮੇਰਾ ਨਿਸ਼ਾਨਾ ਉਸ ਵੇਲੇ ਕਿਸੇ ਕਾਲਜ ਵਿੱਚ ਲੈਕਚਰਾਰ ਲੱਗਣ ਤੱਕ ਹੀ ਸੀਮਤ ਸੀ। ਡੰਡੀ ਪਰ ਫਿਰੋਜ਼ਪੁਰ ਜੇਲ੍ਹ ਤੋਂ ਪੇਸ਼ੀ ਭੁਗਤਣ ਆਏ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਜਦੋਂ ਪਟਿਆਲਾ ਜੇਲ੍ਹ ਵਿੱਚ ਲਿਆਂਦਾ ਗਿਆ ਤਾਂ ਉਹਨਾਂ ਆਉਂਦਿਆਂ ਹੀ ਆਪਣਾ ਬਿਸਤਰਾ ਮੇਰੇ ਅਹਾਤੇ ਵਿੱਚ ਲਗਵਾ ਲਿਆ। ਡੰਡੀ ਜਦੋਂ ਵੀ ਉਹ ਪੇਸ਼ੀ ਭੁਗਤਣ ਪਟਿਆਲੇ ਆਉਂਦੇ ਤਾਂ ਉਹ ਮੇਰੇ ਕੋਲ ਹੀ ਰਹਿੰਦੇ। ਡੰਡੀ ਜੇਲ੍ਹ ਦੀ ਇਸ ਨਜ਼ਰਬੰਦੀ ਦੌਰਾਨ ਟੌੜਾ ਸਾਹਿਬ ਨਾਲ ਬਣੇ ਨੇੜਲੇ ਸਬੰਧਾਂ ਨੇ ਮੈਨੂੰ ਸਰਗਰਮ ਰਾਜਨੀਤੀ ਵਿੱਚ ਪ੍ਰਵੇਸ਼ ਕਰਵਾ ਦਿੱਤਾ। ਡੰਡੀ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਅਚਾਨਕ ਦੇਸ਼ ਅੰਦਰ 1977 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਡੰਡੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਅਕਾਲੀ ਆਗੂ ਨੂੰ 18 ਜਨਵਰੀ 1977 ਵਿੱਚ ਰਿਹਾ ਕਰ ਦਿੱਤਾ ਗਿਆ ਪਰ ਮੇਰੀ ਨਜ਼ਰਬੰਦੀ ਜਾਰੀ ਰਹੀ। ਡੰਡੀ ਦੇਸ਼ ਅੰਦਰ 16 ਤੋਂ 20 ਮਾਰਚ ਤੱਕ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ 21 ਮਾਰਚ ਦੀ ਰਾਤ ਨੂੰ ਆਉਣੇ ਸ਼ੁਰੂ ਹੋਏ। ਡੰਡੀ ਨਤੀਜਿਆਂ ਦੌਰਾਨ ਸੰਜੇ ਗਾਂਧੀ ਦੇ ਚੋਣ ਹਾਰਨ ਦੀਆਂ ਖਬਰਾਂ ਆਉਣ ਤੋਂ ਬਾਅਦ ਪਤਾ ਲੱਗਾ ਇੰਦਰਾ ਗਾਂਧੀ ਵੀ ਚੋਣ ਹਾਰ ਗਈ। ਹਾਰ ਦੀ ਖਬਰ ਸੁਣਦਿਆਂ ਸਾਰ ਹੀ ਜੇਲ੍ਹ 'ਚ ਖੁਸ਼ੀ ਦਾ ਮਾਹੌਲ ਪਸਰ ਗਿਆ। ਡੰਡੀ ਅਗਲੇ ਦਿਨ 22 ਮਾਰਚ ਨੂੰ ਸਵੇਰੇ 7 ਵਜੇ ਕੇਂਦਰੀ ਮੰਤਰੀ ਮੰਡਲ ਦੁਆਰਾ ਐਮਰਜੈਂਸੀ ਹਟਾਉਣ ਦਾ ਐਲਾਨ ਹੋਣ ਨਾਲ ਮੇਰੀ ਰਿਹਾਈ ਦਾ ਰਾਹ ਵੀ ਪੱਧਰਾ ਹੋ ਗਿਆ। ਡੰਡੀ ਇਸ ਕਾਲੇ ਦੌਰ ਦੌਰਾਨ 21 ਮਹੀਨਿਆਂ ਦੀ ਜੇਲ੍ਹ ਕੱਟਣ ਤੋਂ ਬਾਅਦ 22 ਮਾਰਚ 1977 ਨੂੰ ਮੇਰੀ ਵੀ ਰਿਹਾਈ ਦੇ ਹੁਕਮ ਆ ਗਏ। ਡੰਡੀ ਦੇਸ਼ ਅੰਦਰ ਲਗਾਤਾਰ 21 ਮਹੀਨੇ ਚੱਲੀ ਇਸ ਐਮਰਜੈਂਸੀ ਨੇ ਜਿੱਥੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੇ ਨਾਲ ਰਾਜਨੀਤਿਕ ਅਤੇ ਆਰਥਿਕ ਤੌਰ 'ਤੇ ਦੇਸ਼ ਦਾ ਘਾਣ ਕੀਤਾ ਉੱਥੇ ਹੀ ਐਮਰਜੈਂਸੀ ਦੇ ਇਸ ਦੌਰ ਨੇ ਮੁਲਕ ਦੇ ਇਤਿਹਾਸ 'ਚ ਨਵੀਆਂ ਪੈੜਾਂ ਛੱਡਦਿਆਂ ਅਨੇਕਾਂ ਉੱਘੇ ਸਮਾਜਿਕ ਰਾਜਨੀਤਿਕ ਚਿੰਤਕ ਅਤੇ ਬੁੱਧੀਜੀਵੀ ਵੀ ਪੈਦਾ ਕੀਤੇ। ਡੰਡੀ ਐਮਰਜੈਂਸੀ ਦੇ ਇਤਿਹਾਸ 'ਤੇ ਪਿਛਲ ਝਾਤ ਮਾਰਦਿਆਂ ਦੇਸ਼ ਦੀ ਰਾਜਨੀਤੀ ਵਿੱਚ ਇਸ ਸਮੇਂ ਵੱਧ ਰਹੇ ਤਾਨਾਸ਼ਾਹੀ ਰੁਝਾਨਾਂ ਪ੍ਰਤੀ ਵੀ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਡੰਡੀ।